स्टूडेंट्स हाउ आर यू वेलकम टू योर बॉटनी ਲੈਕਚਰ। ਬੇਟਾ ਆਪਾਂ ਸਟਾਰਟ ਕੀਤਾ ਸੀ ਕਲੈਡੋਫੋਰਾ ਦੇ ਵਿੱਚ ਆਪਾਂ ਪੜ੍ਹ ਲਿਆ ਸੀਗਾ ਸਟਰਕਚਰ ਤੋਂ ਬਾਅਦ ਹੁਣ ਆਪਾਂ ਸਟਾਰਟ ਕਰਨਾ ਆ ਰੀਪਰੋਡਕਸ਼ਨ ਕਲੈਡੋਫੋਰਾ ਦੀ ਬਹੁਤ ਈਜ਼ੀ ਆ। ਇਹਦੇ ਵਿੱਚ ਤਿੰਨੋਂ ਹੀ ਮੈਥਡਸ ਨਾਲ ਹੁੰਦੀ ਆ, ਵੈਜੀਟੇਟਿਵ ਦੈਨ ਏਸੈਕਸ਼ੁਅਲ ਅਤੇ ਸੈਕਸ਼ੁਅਲ ਰੀਪਰੋਡਕਸ਼ਨ। ਹੁਣ ਵੈਜੀਟੇਟਿਵ ਬੇਟਾ ਕੀ ਹੁੰਦੀ ਆ, ਜਿਵੇਂ ਫਰੈਗਮੈਂਟੇਸ਼ਨ ਨਾਲ ਹੋ ਗਈ ਜਾਂ ਕਿਸੇ ਸਟੋਲਨਸ ਆਪਾਂ ਦੇਖੇ ਸੀਗੇ ਸਟਰਕਚਰ ਦੇ ਵਿੱਚ, ਉਹਨਾਂ ਦੇ ਦੁਆਰਾ ਹੁੰਦੀ ਹੈ। ਵੈਜੀਟੇਟਿਵ ਰੀਪਰੋਡਕਸ਼ਨ ਪੈਰੀਨੀਅਲ ਸਪੀਸ਼ੀਜ਼ ਜਿਹੜੇ ਹੁੰਦੇ ਆ ਕਲੈਡੋਫੋਰਾ ਦੇ, ਪੈਰੀਨੀਅਲ ਦਾ ਮਤਲਬ ਹੁੰਦਾ ਆ ਕਿ ਜਿਹੜੇ ਸਪੀਸ਼ੀਜ਼ ਦੋ ਸਾਲ 'ਚ ਆਪਣਾ ਲਾਈਫ ਸਾਈਕਲ ਕੰਪਲੀਟ ਕਰਦੇ ਆ, ਜਾਂ ਕਹਿ ਲਓ 2 ਸਾਲ ਤੱਕ ਗਰੋ ਕਰਦੇ ਆ, ਰੀਗਰੋ ਕਰ ਜਾਂਦੇ ਆ ਇਨ ਦੇਅਰ ਗਰੋਇੰਗ ਸੀਜ਼ਨ। ਮਤਲਬ ਪਰਮਾਨੈਂਟਲੀ ਡੈਮੇਜ ਨਹੀਂ ਹੁੰਦੇ, ਲੱਗੇ ਰਹਿੰਦੇ ਆ ਸਬਸਟ੍ਰੈਟਮ 'ਤੇ 1 ਸਾਲ 'ਚ ਉਹਨਾਂ ਦੇ ਜਦੋਂ ਉਹ ਨਵਾਂ ਪੌਦਾ ਆਉਂਦਾ ਆ ਮਰ ਜਾਂਦੇ ਆ, ਅਤੇ ਫਿਰ ਉਹ ਉੱਥੇ ਹੀ ਪ੍ਰੈਜ਼ੈਂਟ ਹੁੰਦੇ ਆ, ਅਤੇ ਜਦੋਂ ਫੇਵਰੇਬਲ ਕੰਡੀਸ਼ਨਸ ਆਉਂਦੀਆਂ ਫਿਰ ਤੀ ਰੀਜਨਰੇਟ ਹੋ ਜਾਂਦੇ ਆ, ਉਹਨਾਂ ਨੂੰ ਆਪਾਂ ਕਹਿੰਦੇ ਪੈਰੀਨੀਅਲਸ। ਐਨੂਅਲਸ ਵੀ ਹੁੰਦੇ ਆ। ਐਨੂਅਲਸ ਕੀ ਹੁੰਦੇ ਆ, ਜਿਹੜੇ ਲਾਈਫ ਸਾਈਕਲ ਪਲਾਂਟਸ ਆਪਣੇ 1 ਸੀਜ਼ਨ 'ਚ ਕੰਪਲੀਟ ਕਰਕੇ ਮਰ ਜਾਂਦੇ ਆ, ਉਹਨਾਂ ਦੇ ਫਿਰ ਪੋਲਨ ਗ੍ਰੇਨਸ ਵਗੈਰਾ ਜਾਂ ਕਿਤੇ ਉਹਨਾਂ ਦਾ ਪਾਰਟ ਗਿਰਿਆ ਹੋਵੇ, ਉੱਥੇ ਫਿਰ ਨੈਕਸਟ ਸੀਜ਼ਨ 'ਚ ਰੀਜਨਰੇਟ ਕਰਦੇ ਆ, ਉਹਨੂੰ ਅਸੀਂ ਕਹਿੰਦੇ ਆ ਐਨੂਅਲਸ। ਹੁਣ ਪੈਰੀਨੀਅਲ ਸਪੀਸ਼ੀਜ਼ ਜਿੱਦਾਂ ਗਲੋਮੇਰੇਟਾ ਹੋ ਗਿਆ, ਆਫੀਫਿਲਾ ਹੋ ਗਿਆ, ਇਹਨਾਂ ਦੇ ਵਿੱਚ ਰਾਈਜ਼ੋਇਡਸ ਤੁਹਾਨੂੰ ਪਤਾ ਹੈ ਨੀਚੇ ਆ ਸਬਸਟ੍ਰੈਟਮ 'ਤੇ ਛੋਟੇ ਛੋਟੇ ਹੇਅਰ ਲਾਈਕ ਸਟਰਕਚਰਸ ਹੁੰਦੇ, ਉਹਨਾਂ ਨੂੰ ਰਾਈਜ਼ੋਇਡਸ ਕਹਿੰਦੇ ਆ। ਰਾਈਜ਼ੋਇਡਸ ਇਹਨਾਂ ਦੇ ਗਰੋ ਕਰਦੇ ਆ ਸਬਸਟ੍ਰੈਟਮ 'ਤੇ ਉੱਥੇ ਹੀ, ਹੁਣ ਕਿਉਂਕਿ ਆਪਾਂ ਉੱਪਰ ਪੈਰੀਨੀਅਲ ਦੀ ਗੱਲ ਕੀਤੀ ਆ, ਤਾਂ ਉੱਥੇ ਹੀ ਉਹ ਰਿਪੀਟਡ ਉਹਨਾਂ 'ਚ ਡਿਵੀਜ਼ਨਸ ਹੁੰਦੀਆਂ ਰਹਿੰਦੀਆਂ ਆ, ਛੋਟੇ ਛੋਟੇ ਫਿਲਾਮੈਂਟਸ ਇਹਨਾਂ ਦੇ ਬਣਦੇ ਰਹਿੰਦੇ ਆ, ਅਤੇ ਇਹਨਾਂ ਦੇ ਜਿਹੜੇ ਸੈਲਸ ਆ ਫਿਲਾਮੈਂਟਸ ਦੇ ਉਹ ਡਿਵਾਈਡ ਕਰਦੇ ਆ, ਅਤੇ ਫਿਰ ਜਿਹੜਾ ਹੁਣ ਸੈਲਸ ਕਿਹੜੇ ਮੈਂ ਪਹਿਲਾਂ ਹੀ ਦੱਸਿਆ, ਆਪਾਂ ਸਟੋਰੇਜ ਸੈਲਸ ਦੀ ਗੱਲ ਕਰਦੇ ਹਾਂ। ਉਹਨਾਂ ਸੈਲਸ ਦੇ ਵਿੱਚ ਜਿਨ੍ਹਾਂ ਦੇ ਵਿੱਚ ਫੂਡ ਸਟੋਰਡ ਰਹਿੰਦਾ ਆ, ਉਹੀ ਨਵਾਂ ਫਿਲਾਮੈਂਟ 'ਚ ਡਿਵੈਲਪ ਹੁੰਦੇ ਆ। ਇਹਨਾਂ ਦੇ ਆਲੇ ਦੁਆਲੇ ਇੱਕ ਥਿੱਕ ਵਾਲ ਡਿਵੈਲਪਡ ਹੋ ਜਾਂਦੀ ਆ, ਹੈ ਨਾ। ਉਹ ਥਿੱਕ ਵਾਲ ਜਿਹੜੀ ਆ ਲਾਈਮ ਕਾਰਬਨ ਦੀ ਬਣੀ ਹੁੰਦੀ ਆ, ਕੈਲਸ਼ੀਅਮ ਕਾਰਬੋਨੇਟ ਦੀ ਬਣੀ ਹੁੰਦੀ ਆ। ਔਰ ਇਹ ਜਿਹੜੇ ਆ ਜਦੋਂ ਪੈਰੀਨੇਟ ਦਾ ਮਤਲਬ ਹੁੰਦਾ ਫੇਵਰੇਬਲ ਕੰਡੀਸ਼ਨਸ ਆਉਂਦੀਆਂ ਤਾਂ ਰੀਜਨਰੇਸ਼ਨ, ਪੈਰੀਨੇਟ ਮਤਲਬ ਰੈਸਟਿੰਗ ਕੰਡੀਸ਼ਨ 'ਚ ਚਲੇ ਜਾਂਦੇ ਆ ਡਿਊਰਿੰਗ ਅਨਫੇਵਰੇਬਲ ਕੰਡੀਸ਼ਨਸ, ਅਤੇ ਜਦੋਂ ਫੇਵਰੇਬਲ ਕੰਡੀਸ਼ਨਸ ਆਉਂਦੀਆਂ ਆ ਇਹਨਾਂ ਤੋਂ ਨਵਾਂ ਪਲਾਂਟ ਬਣ ਜਾਂਦਾ ਆ ਡਿਊਰਿੰਗ ਫੇਵਰੇਬਲ ਕੰਡੀਸ਼ਨਸ। ਨਵਾਂ ਪਲਾਂਟ ਮਤਲਬ ਨਵਾਂ ਕਲੈਡੋਫੋਰਾ ਡਿਵੈਲਪ ਹੋਣਾ ਆ ਡਿਊਰਿੰਗ ਫੇਵਰੇਬਲ ਕੰਡੀਸ਼ਨ। ਫਿਰ ਜੇ ਅਸੀਂ ਗੱਲ ਕਰੀਏ ਫਰੈਗਮੈਂਟੇਸ਼ਨ ਦੀ, ਤਾਂ ਆਪਾਂ ਕੱਲ੍ਹ ਪੜ੍ਹਿਆ ਸੀਗਾ ਕਿ ਇਹ ਗਿਗੈਰੋਫਿਲਸ ਸਪੀਸ਼ੀਜ਼ ਹੁੰਦੇ ਆ, ਉਹਨਾਂ ਦੇ ਫਿਲਾਮੈਂਟਸ ਟੁੱਟ ਜਾਂਦੇ ਆ ਔਰ ਦੇ ਡਿਵੈਲਪ ਇਨਟੂ ਸੈਪਰੇਟ ਪਲਾਂਟ। ਫਿਲਾਮੈਂਟ ਟੁੱਟਣ ਦਾ ਮਤਲਬ ਹੁੰਦਾ, ਕੱਲ੍ਹ ਆਪਾਂ ਪੜ੍ਹਿਆ ਸੀ ਕਿ ਆਹ ਫਿਲਾਮੈਂਟ ਆ, ਹੁਣ ਇੱਥੋਂ ਕੋਈ ਫਿਲਾਮੈਂਟ ਬ੍ਰੇਕ ਹੋ ਗਿਆ, ਇਹਨੇ ਪਿਆ ਰਹਿਣਾ ਆ ਇਸ ਤਰ੍ਹਾਂ ਸਬਸਟ੍ਰੈਟਮ 'ਤੇ ਜਦੋਂ ਫੇਵਰੇਬਲ ਕੰਡੀਸ਼ਨਸ ਆਉਣੀਆਂ ਥਰੂ ਬਰਡਸ ਹੋ ਗਿਆ, ਥਰੂ ਸਟੋਲਨਸ ਹੋ ਗਿਆ, ਕਿਸੇ ਵੀ ਤਰੀਕੇ ਨਾਲ ਇਹਨੇ ਰੀਜਨਰੇਟ ਹੋ ਜਾਣਾ ਇਨਟੂ ਨਿਊ ਫਿਲਾਮੈਂਟ ਜਾਂ ਨਿਊ ਕਲੈਡੋਫੋਰਾ ਅਸੀਂ ਕਹਿ ਸਕਦੇ ਹਾਂ। ਫਿਰ ਬੇਟਾ ਇਹਦੇ ਵਿੱਚ ਸਟੋਲਨਸ ਅਸੀਂ ਪੜ੍ਹ ਹੀ ਲਿਆ ਸੀਗਾ ਕਿ ਰਾਈਜ਼ੋਇਡਸ ਜਿਹੜੇ ਆ ਕਈ ਵਾਰ ਬ੍ਰਾਂਚਡ ਥੱਲੇ ਨੂੰ ਡਿਵੈਲਪ ਹੁੰਦੇ ਆ, ਅਤੇ ਉਹਨਾਂ ਤੋਂ ਹੀ ਨਵੇਂ ਜਿਹੜੇ ਫਿਲਾਮੈਂਟਸ ਆ ਉਹ ਡਿਵੈਲਪ ਹੋ ਜਾਂਦੇ ਆ ਸਟੋਲਨਸ ਤੋਂ। ਤਾਂ ਸਟੋਲਨਸ ਤੁਸੀਂ ਜਿਹੜਾ ਆ ਉਹ ਅੱਛੇ ਤਰੀਕੇ ਨਾਲ ਪੜ੍ਹਿਆ ਹੀ ਸੀਗਾ। ਫਿਰ ਅਸੀਂ ਜੇ ਗੱਲ ਕਰੀਏ ਤਾਂ ਇਹ ਸੈਕਸ਼ੁਅਲ ਰੀਪਰੋਡਕਸ਼ਨ ਦੀ, ਇਹ ਸੈਕਸ਼ੁਅਲ ਰੀਪਰੋਡਕਸ਼ਨ ਹੁਣ ਇਹਦੇ ਵਿੱਚ ਬਹੁਤ ਈਜ਼ੀ ਹੁੰਦਾ ਆ। ਇਹ ਸੈਕਸ਼ੁਅਲ ਰੀਪਰੋਡਕਸ਼ਨ ਬੇਟਾ ਥਰੂ ਐਕਾਈਨੀਡਸ ਹੁੰਦਾ ਆ। ਕਈ ਜਿਹੜੀਆਂ ਫਰੈਸ਼ ਵਾਟਰ ਸਪੀਸ਼ੀਜ਼ ਆ ਉਹਨਾਂ ਦੇ ਵਿੱਚ ਐਕਾਈਨੀਡਸ ਕੀ ਹੁੰਦੇ ਆ, ਕੋਈ ਸਪੈਸ਼ਲਾਈਜ਼ ਸੈੱਲ ਨਹੀਂ ਹੈਗੇ, ਕੁਛ ਨਹੀਂ ਹੈਗੇ। ਕੁਛ ਜਿਹੜੇ ਸੈਲਸ ਹੁੰਦੇ ਆ ਨਾ, ਉਹਨਾਂ ਦੇ ਵਿੱਚ ਆਸੇ ਪਾਸੇ ਇੱਕ ਵਾਲ ਡਿਵੈਲਪ ਹੋ ਜਾਂਦੀ ਆ,
ਤੇ ਇਹ ਸੈਲਸ ਜਿਹੜੇ ਆ ਥੋੜ੍ਹੇ ਜਿਹੇ ਸਵੈਲਡ ਹੋ ਜਾਂਦੇ ਆ, ਥਿਕ ਕਹਿ ਸਕਦੇ ਹਾਂ ਅਸੀਂ, ਥਿਕ ਹੋ ਜਾਂਦੇ ਆ ਡਿਊ ਟੂ ਇਹ ਵਾਲਸ ਦੇ ਕਾਰਨ। ਤੇ ਇਹਨਾਂ ਨੂੰ ਹੀ ਮੋਡੀਫਾਈਡ ਸੈੱਲ ਅਸੀਂ ਕਹਿ ਸਕਦੇ ਹਾਂ, ਜਾਂ ਮੋਡੀਫਾਈਡ ਹੋ ਜਾਂਦੇ ਇਨਟੂ ਅਕਾਈਨੀਡਸ ਨਾਮ ਦਿੱਤਾ ਹੈ। ਤਾਂ ਕਈ ਫਰੈਸ਼ ਵਾਟਰ ਸਪੀਸ਼ੀਜ਼ ਹੈ, ਜਿਵੇਂ ਗਲੋਮੇਰੇਟਾ ਹੋ ਗਿਆ, ਇਹਦੇ ਵਿੱਚ ਰੋ ਆਫ ਸੈੱਲ, ਹੁਣ ਆਪਾਂ ਕੱਲ੍ਹ ਪੜ੍ਹਿਆ ਸੀ ਕਿ ਇਸ ਤਰ੍ਹਾਂ ਸੈੱਲ ਹੁੰਦੇ ਆ। ਰੋ ਆਫ ਸੈਲਸ ਜਿਹੜੀ ਆ ਉਹਦੇ ਵਿੱਚ ਬਹੁਤ ਸਾਰਾ ਫੂਡ ਮਟੀਰੀਅਲ, ਅਸੀਂ ਹੁਣੇ ਉੱਪਰ ਸਟੋਰੇਜ ਸੈੱਲ ਦੀ ਗੱਲ ਕੀਤੀ ਆ ਕਿ ਫੂਡ ਮਟੀਰੀਅਲ ਫਿਲਡ ਹੁੰਦਾ ਆ ਅਤੇ ਇਹ ਫੁੱਲ ਜਾਂਦੇ ਆ, ਔਰ ਇਹਨਾਂ ਦੇ ਆਲੇ ਦੁਆਲੇ ਥਿਕ ਵਾਲ ਜਿਹੜੀ ਆ ਉਹ ਡੈਵਲਪ ਹੋ ਜਾਂਦੀ ਆ। ਰੈਜ਼ਿਸਟੈਂਟ ਵਾਲ ਦਾ ਮਤਲਬ ਹੁੰਦਾ ਜਿਹੜੀ ਛੇਤੀ ਟੁੱਟਦੀ ਨਹੀਂ ਹੈਗੀ, ਇਹਨੂੰ ਬਚਾਉਣ ਲਈ, ਸਪੋਰਟ ਕਰਨ ਲਈ ਇੱਕ ਰੈਜ਼ਿਸਟੈਂਟ ਵਾਲ ਡੈਵਲਪ ਹੁੰਦੀ ਆ। ਤਾਂ ਇਹ ਮੋਡੀਫਾਈਡ ਸੈੱਲ, ਹੁਣ ਨਾਰਮਲ ਨਾਲੋਂ ਇਹ ਥੋੜ੍ਹਾ ਜਿਹਾ ਮੋਡੀਫਾਈਡ ਹੋ ਗਿਆ ਡਿਊ ਟੂ ਥਿਕ ਵਾਲ ਜਾਂ ਫੂਡ ਸਟੋਰੇਜ ਨਾਲ ਇਹ ਸਵੈਲਡ ਹੋ ਜਾਂਦਾ ਹੈ, ਤਾਂ ਆਪਾਂ ਕਿਹਾ ਮੋਡੀਫਾਈਡ ਸੈੱਲ। ਤਾਂ ਇਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਅਕਾਈਨੇਟਸ। ਹੁਣ ਅਕਾਈਨੇਟਸ ਜਿਹੜੇ ਆ ਉਹ ਡੋਰਮੈਂਟ ਰਹਿੰਦੇ ਆ ਅੰਡਰ ਅਨਫੇਵਰੇਬਲ ਕੰਡੀਸ਼ਨਸ। ਡੋਰਮੈਂਟ ਦਾ ਮਤਲਬ ਹੁੰਦਾ ਰੈਸਟਿੰਗ ਕੰਡੀਸ਼ਨ ਦੇ ਵਿੱਚ ਇਹ ਸੁੱਤੇ ਰਹਿੰਦੇ ਆ, ਔਰ ਜਿੱਦਾਂ ਹੀ ਫੇਵਰੇਬਲ ਕੰਡੀਸ਼ਨਸ ਆਉਂਦੀਆਂ ਆ ਇਹ ਜਰਮੀਨੇਟ ਕਰ ਜਾਂਦੇ। ਇਹਨਾਂ 'ਚ ਟਰਾਂਸਵਰਸ ਡਿਵੀਜ਼ਨ ਮਤਲਬ ਸਾਈਡ ਵਾਈਜ਼ ਡਿਵੀਜ਼ਨ ਹੋ ਜਾਂਦੀ ਆ ਅਤੇ ਬ੍ਰਾਂਚਿਸ ਡੈਵਲਪ ਹੋ ਜਾਂਦੀਆਂ ਆ, ਔਰ ਪੂਰਾ ਨਵਾਂ ਕਲੈਡੋਫੋਰਾ ਬਣ ਜਾਂਦਾ ਆ। ਫਿਰ ਅਸੀਂ ਗੱਲ ਕਰੀਏ ਯੂਸਪੋਰਸ ਦੀ, ਤਾਂ ਯੂਸਪੋਰਸ ਆਪਾਂ ਥੋੜ੍ਹਾ ਜਿਹਾ ਪੜ੍ਹਿਆ ਆ ਕਿ ਮੋਟਾਈਲ ਹੁੰਦੇ ਆ ਇਹਨਾਂ 'ਚ, ਕਿਉਂਕਿ ਫਲੈਜੇਲਾ ਹੁੰਦਾ ਆ। ਫਲੈਜੇਲਾ ਬਾਈ ਫਲੈਜੇਲੇਟ ਵੀ ਹੋ ਸਕਦਾ ਆ, 4 ਵੀ ਹੋ ਸਕਦੇ ਆ, ਉਹ ਵੇਰੀ ਕਰੂਗਾ ਸਪੀਸ਼ੀਜ਼ ਟੂ ਸਪੀਸ਼ੀਜ਼। ਹੁਣ ਜਿਹੜੇ ਕੁਝ ਸਪੀਸ਼ੀਜ਼ ਗਲੋਮੇਰੇਟਾ ਦੇ ਹੁੰਦੇ ਆ ਉਹਦੇ ਵਿੱਚ ਸੈਕਸ਼ੂਅਲ ਰੀਪਰੋਡਕਸ਼ਨ ਜਿਹੜਾ ਆ ਉਹ ਹੁੰਦਾ ਆ, ਸੌਰੀ ਇਹ ਸੈਕਸ਼ੂਅਲ ਰੀਪਰੋਡਕਸ਼ਨ ਆਪਾਂ ਪੜ੍ਹ ਰਹੇ ਹਾਂ। ਇਹ ਸੈਕਸ਼ੂਅਲ ਰੀਪਰੋਡਕਸ਼ਨ ਹੁੰਦਾ ਆ ਬਾਏ ਦਾ ਫਾਰਮੇਸ਼ਨ ਆਫ ਕੁਆਡਰੀ ਫਲੈਜੇਲੇਟ ਔਰ ਬਾਈ ਫਲੈਜੇਲੇਟ ਯੂਸਪੋਰਸ। ਤਾਂ ਮੈਂ ਹੁਣੇ ਹੀ ਦੱਸਿਆ ਸੀਗਾ ਕਿ ਇਹ ਸਪੀਸ਼ੀਜ਼ ਆ ਜਿਹਦੇ ਵਿੱਚ 4 ਫਲੈਜੇਲਾ ਵੀ ਡੈਵਲਪ ਹੋ ਸਕਦੇ ਆ ਅਤੇ 2 ਫਲੈਜੇਲਾ ਵੀ ਡੈਵਲਪ ਹੋ ਸਕਦੇ ਆ ਯੂਸਪੋਰਸ 'ਤੇ। ਹੁਣ ਇਹ ਯੂਸਪੋਰਸ ਜਿਹੜੇ ਆ, ਆਹ ਸਪੋਜ਼ ਫਿਲਾਮੈਂਟ ਆ, ਇੱਥੇ ਇਹ ਫਿਲਾਮੈਂਟ ਦੇ ਅੰਦਰ ਜਾਂ ਸੈੱਲ ਦੇ ਅੰਦਰ ਯੂਸਪੋਰਸ ਜਿਹੜੇ ਆ ਬਣਦੇ ਆ, ਔਰ ਜਿਹੜੀ ਬ੍ਰਾਂਚ 'ਤੇ ਜਿਸ ਬ੍ਰਾਂਚ 'ਤੇ ਯੂਸਪੋਰਸ ਬਣ ਰਹੇ ਆ, ਜਿਸ ਬ੍ਰਾਂਚ ਦੇ ਅੰਦਰ, ਉਹਨੂੰ ਆਪਾਂ ਕਹਿੰਦੇ ਹਾਂ ਯੂਸਪੋਰੈਂਜੀਅਮ। ਇੱਕ ਸਾਇੰਟਿਸਟ ਸੀਗਾ ਸ਼ੂਸਿੰਗ ਸਾਇੰਟਿਸਟ ਸੀਗਾ, ਜਿਹਨੇ 1928 ਦੇ ਵਿੱਚ ਇਹ ਦੱਸਿਆ ਸੀਗਾ ਕਿ ਯੂਸਪੋਰਸ ਜਿਹੜੇ ਆ ਡਿਪਲੋਇਡ ਫਿਲਾਮੈਂਟਸ ਦੇ ਅੰਦਰ ਬਣਦੇ ਆ ਆਫਟਰ ਮੀਓਸਿਸ। ਮਤਲਬ ਯੂਸਪੋਰੈਂਜੀਆ ਦੇ ਅੰਦਰ ਮੀਓਸਿਸ ਹੁੰਦਾ ਆ ਤਾਂ ਯੂਸਪੋਰਸ ਜਿਹੜੇ ਆ ਉਹ ਬਣਦੇ ਆ ਸ਼ੂਸਿੰਗ ਦੇ ਅਨੁਸਾਰ। ਯੂਸਪੋਰਸ ਹੁਣ ਹੈਪਲੋਇਡ ਹੁੰਦੇ ਆ, ਔਰ ਹੈਪਲੋਇਡ ਮਤਲਬ 1n ਹੈ ਨਾ, n ਨੰਬਰ ਆਫ ਕ੍ਰੋਮੋਜ਼ੋਮਸ ਅਸੀਂ ਕਹਿ ਸਕਦੇ ਹਾਂ। ਐਂਡ ਜਰਮੀਨੇਟ ਟੂ ਪ੍ਰੋਡਿਊਸ ਗੈਮੀਟੋਫਿਟਿਕ ਪਲਾਂਟ। ਤਾਂ ਸਪੋਰਸ ਆ, ਖੁਦ ਯੂਸਪੋਰਸ ਜਿਹੜੇ ਉਹ ਸਪੋਰਸ ਆ, ਪਰ ਸਪੋਰਸ ਤੋਂ ਜਦੋਂ ਡਿਵੈਲਪਮੈਂਟ ਹੋਣਾ ਆ ਤਾਂ ਉਹ ਪਲਾਂਟ ਜਿਹੜਾ ਬਣਨਾ ਆ ਉਹਨੂੰ ਆਪਾਂ ਗੈਮੀਟੋਫਾਈਟ ਕਹਿਣਾ ਆ। ਇਹ ਸਭ ਤੋਂ ਵੈਰੀ 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 ਇੰਪੋਰਟੈਂਟ ਪਾਰਟ ਆ ਕਿ ਯੂਸਪੋਰਸ ਜਾਂ ਸਪੋਰਸ, ਇਹ ਤੋਂ ਜਿਹੜਾ ਪਲਾਂਟ ਬਾਡੀ ਬਣਨਾ ਆ ਇਟ ਵਿਲ ਬੀ ਗੈਮੀਟੋਫਾਈਟ। ਇੰਨਾ ਯਾਦ ਰੱਖਣਾ ਤੁਸੀਂ ਹਮੇਸ਼ਾ। ਇਹ ਵੀ ਵੇਰੀ ਕਰੂਗਾ, ਅੱਗੇ ਸਪੀਸ਼ੀਜ਼ 'ਚ ਅਲੱਗ ਕੰਡੀਸ਼ਨ ਹੋਏਗੀ। ਇਹੀ ਕਨਫਿਊਜ਼ਿੰਗ ਪਾਰਟ ਹੁੰਦੇ। ਨਾਰਮਲ ਤਾਂ ਜਿਹੜਾ ਪ੍ਰੋਸੈਸ ਸਟਰਕਚਰ ਤਾਂ ਸੇਮ ਹੀ ਹੁੰਦਾ ਆ ਹਰ ਜਗ੍ਹਾ, ਹਰ ਐਲਗੇ 'ਚ। ਹੁਣ ਯੂਸਪੋਰਸ ਜਿਹੜੇ ਹੈਪਲੋਇਡ ਹੁੰਦੇ ਆ, ਉਹਨਾਂ ਤੋਂ ਗੈਮੀਟੋਫਾਈਟ ਬਣੇਗਾ। ਉਹਨਾਂ ਦਾ ਸਟਰਕਚਰ ਜਿਹੜਾ ਸਿਮਿਲਰ ਹੋਏਗਾ ਟੂ ਸਪੋਰੋਫਿਟਿਕ ਪਲਾਂਟ। ਲਿਸਟ ਨੇ, ਸਾਇੰਟਿਸਟ ਨੇ ਇਹ ਕਿਹਾ ਸੀਗਾ ਕਿ ਕੋਈ ਇਹਨਾਂ 'ਚ ਰਿਡਕਸ਼ਨ ਡਿਵੀਜ਼ਨ ਨਹੀਂ ਹੁੰਦੀ। ਰਿਡਕਸ਼ਨ ਡਿਵੀਜ਼ਨ ਦਾ ਮਤਲਬ ਮੀਓਸਿਸ, ਜਿਹਦੇ ਵਿੱਚ ਕ੍ਰੋਮੋਜ਼ੋਮ ਨੰਬਰ ਹਾਫ ਹੁੰਦੇ ਆ, ਕਿਉਂਕਿ ਰਿਡਕਸ਼ਨ ਡਿਵੀਜ਼ਨ ਨਹੀਂ ਹੁੰਦੀ ਡਿਊਰਿੰਗ ਦਾ ਫਾਰਮੇਸ਼ਨ ਆਫ ਯੂਸਪੋਰਸ, ਕਿ ਕੋਈ ਮੀਓਸਿਸ ਵਗੈਰਾ ਨਹੀਂ ਹੁੰਦਾ ਹੈਗਾ। ਲਿਸਟ ਨੇ ਇਹ ਕਿਹਾ ਸੀ। ਉਹਨੇ ਇਹ ਕਿਹਾ ਕਿ ਯੂਸਪੋਰਸ ਜਿਹੜੇ ਆ ਉਹ ਜਰਮੀਨੇਟ
ਕਰਦੇ ਆ ਟੂ ਫਾਰਮ ਡਿਪਲੋਇਡ ਸਪੋਰੋਫਿਟਿਕ ਪਲਾਂਟ। ਦੇਖੋ ਮੈਂ ਤੁਹਾਨੂੰ ਕਿਹਾ ਸੀ ਕਿ ਮੱਤ ਥੋੜ੍ਹੇ ਜਿਹੇ ਡਿਫਰੈਂਟ ਹੁੰਦੇ ਆ। ਸ਼ੂ ਸਿੰਘ ਨੇ ਕਿਹਾ ਕਿ ਯੂਸਪੋਰਸ ਦੇ ਵਿੱਚ ਮੀਓਸਿਸ ਹੁੰਦਾ ਹੈ ਯੂਸਪ੍ਰੈਂਜੀਅਮ ਦੇ ਅੰਦਰ, ਤੇ ਜਿਹੜੇ ਯੂਸਪੋਰਸ ਬਣਦੇ ਆ ਉੱਤੋਂ ਗੈਮੀਟੋਫਾਈਟ ਬਣੂਗਾ। ਪਰ ਲਿਸਟ ਨੇ ਕਹਿਤਾ ਕਿ ਯੂਸਪੋਰਸ ਜਿਹੜੇ ਆ ਉਹ ਜਰਮੀਨੇਟ ਕਰਦੇ ਆ ਟੂ ਫਾਰਮ ਸਪੋਰੋਫਿਟਿਕ ਪਲਾਂਟਸ। ਹੁਣ ਕਿਉਂਕਿ ਇਹ ਬਹੁਤ ਛੋਟੇ ਪਲਾਂਟਸ ਆ ਤਾਂ ਹਰ ਸਪੀਸ਼ੀਜ਼ ਜਿੰਨੇ ਕੁ ਵੀ ਫਾਈਕੋਲੋਜਿਸਟ ਨੇ ਸਟੱਡੀ ਕੀਤੀ ਉਹਨਾਂ ਨੇ ਆਪਣੇ ਆਪਣੇ ਮੱਤ ਸਪੀਸ਼ੀਜ਼ ਵਾਈਜ਼ ਦਿੱਤੇ ਆ, ਅਤੇ ਤੁਹਾਨੂੰ ਇੱਦਾਂ ਹੀ ਯਾਦ ਰੱਖਣੇ ਪੈਣੇ ਆ। ਇਹਦੇ ਵਿੱਚ ਕੋਈ ਅੰਡਰਸਟੈਂਡਿੰਗ ਜਾਂ ਕੁਛ ਇੱਦਾਂ ਨਹੀਂ ਹੈਗਾ ਕਿ ਕ੍ਰੈਮ ਕਰਨਾ ਹੀ ਪੈਣਾ, ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ। ਹੁਣ ਆਹ ਡਾਇਗਰਾਮ ਦੇਖੋ ਬੇਟਾ, ਇਹ ਮੈਂ ਦੱਸਿਆ ਕਿ ਫਿਲਾਮੈਂਟ ਜਾਂ ਸੈੱਲ ਦੇ ਅੰਦਰ ਯੂਸਪੋਰਸ ਜਿਹੜੇ ਆ ਉਹ ਡਿਵੈਲਪ ਹੁੰਦੇ ਆ। ਤਾਂ ਜਦੋਂ ਯੂਸਪੋਰਸ ਆ ਦੇਖੋ ਆ ਲਾਸਟ ਵਾਲੇ ਬ੍ਰਾਂਚ 'ਚ ਯੂਸਪੋਰ ਫੁੱਲੀ ਮੈਚਿਓਰ ਹੋ ਗਏ ਤਾਂ ਉੱਪਰੋਂ ਇੱਥੋਂ ਇਹ ਵਾਲ ਜਿਹੜੀ ਆ ਫਟ ਜਾਣੀ ਹੈ, ਕਿਉਂਕਿ ਅੰਦਰੋਂ ਯੂਸਪੋਰਸ ਨੇ ਫੋਰਸ ਲਗਾਉਣੀ ਆ ਤਾਂ ਇੱਥੋਂ ਇਹਦੀ ਵਾਲ ਥੋੜ੍ਹੀ ਕਿਉਂਕਿ ਓਪਨਿੰਗ ਆ ਟਿਪ ਆ ਤਾਂ ਥੋੜ੍ਹੀ ਖਿੱਚ ਹੋ ਕੇ ਫਟ ਜਾਣੀ ਆ, ਔਰ ਯੂਸਪੋਰਸ ਆ ਦੇਖੋ ਬਾਹਰ ਲਿਬਰੇਟ ਹੋ ਰਹੇ ਆ। ਹੁਣ ਯੂਸਪੋਰ ਦੇ ਵਿੱਚ ਆ ਫਲੈਜੇਲਾ ਆ, ਕਿਸੇ 'ਚ 4 ਹੋਣਗੇ, ਕਿਸੇ ਸਪੀਸ਼ੀਜ਼ 'ਚ 2 ਹੋਣਗੇ, ਨਿਊਕਲੀਅਸ ਹੁੰਦਾ ਆ। ਔਰ ਇਹ ਯੂਸਪੋਰ ਹੌਲੀ ਹੌਲੀ ਇਹਦਾ ਫਲੈਜੇਲਾ ਜਿਹੜਾ ਗਾਇਬ ਹੋ ਜਾਣਾ, ਇਹਨੇ ਆਲੇ ਦੁਆਲੇ ਵਾਲ ਸਿਕਰੀਟ ਕਰ ਲੈਣੀ ਆ ਅਤੇ ਇਹਨੇ ਆ ਦੇਖੋ ਡਿਵੈਲਪ ਹੋ ਜਾਣਾ ਇਨਟੂ ਨਿਊ ਫਿਲਾਮੈਂਟ, ਨਿਊ ਕਲੈਡੋਫੋਰਾ। ਠੀਕ ਹੈ ਬੇਟਾ, ਆ ਲਾਸਟ 'ਚ ਨਵਾਂ ਕਲੈਡੋਫੋਰਾ ਜਾਂ ਯੰਗ ਫਿਲਾਮੈਂਟ ਜਿਹੜਾ ਉਹ ਬਣ ਗਿਆ ਆ। ਤਾਂ ਜੋ ਟੈਕਸਟ 'ਚ ਲਿਖਿਆ ਆ ਜਾਂ ਜੋ ਡਾਇਗਰਾਮ 'ਚ ਦਿਖ ਰਿਹਾ ਆ ਉਹੀ ਤੁਸੀਂ ਲਿਖਣਾ ਆ। ਕ੍ਰੈਮ ਕਰਨ ਦੀ ਲੋੜ ਨਹੀਂ ਹੈਗੀ, ਇੱਕ ਵਾਰੀ ਪੜ੍ਹੋ, ਡਾਇਗਰਾਮ ਦੇਖੋ, ਡਾਇਗਰਾਮ ਨੂੰ ਡਰਾ ਕਰੋ, ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਣਾ ਹੈ ਕਿ ਕੀ ਲਿਖਣਾ ਹੈ ਅਸੀਂ। ਫਿਰ ਹੁਣ ਇਹਦੇ ਵਿੱਚ ਜੇ ਅਸੀਂ ਗੱਲ ਕਰੀਏ ਸੈਕਸ਼ੂਅਲ ਰੀਪਰੋਡਕਸ਼ਨ ਦੀ, ਤਾਂ ਕਲੈਡੋਫੋਰਾ ਦੇ ਜਿਹੜੇ ਸਪੀਸ਼ੀਜ਼ ਆ ਉਹ ਡਾਇਸ਼ੀਅਸ ਹੁੰਦੇ ਆ ਜਾਂ ਹੀਟਰੋਥੈਲਿਕ ਹੁੰਦੇ ਆ। ਡਾਇਸ਼ੀਅਸ ਔਰ ਮੋਨੋਇਸ਼ੀਅਸ ਮੈਂ ਤੁਹਾਨੂੰ ਦੱਸਿਆ ਸੀਗਾ, ਅਗਰ ਮੇਲ ਔਰ ਫੀਮੇਲ ਸੈਕਸ ਔਰਗਨਸ ਇਨ ਸੇਮ ਪਲਾਂਟ ਹੋਣਗੇ, ਥੈਲਸ ਹੋਣਗੇ, ਤਾਂ ਉਹ ਮੋਨੋਇਸ਼ੀਅਸ ਹੋ ਗਏ। ਅਲੱਗ-ਅਲੱਗ ਬ੍ਰਾਂਚਿਸ 'ਤੇ ਜਾਂ ਅਲੱਗ-ਅਲੱਗ ਥੈਲਸ 'ਚ ਪ੍ਰੈਜ਼ੈਂਟ ਹੋਣਗੇ ਤਾਂ ਉਹਨੂੰ ਅਸੀਂ ਕਹਾਂਗੇ ਡਾਇਸ਼ੀਅਸ। ਹੁਣ ਹੀਟਰੋ ਵੀ ਸੇਮ ਮੀਨਿੰਗ ਆ। ਮੋਡ ਆਫ ਸੈਕਸ਼ੂਅਲ ਰੀਪਰੋਡਕਸ਼ਨ ਜਿਹੜਾ ਇਹਦਾ ਹੈਗਾ ਆ ਉਹ ਆਈਸੋਗੈਮਸ ਹੁੰਦਾ ਇਹਦੇ ਵਿੱਚ। ਹੁਣ ਮੈਂ ਥੋੜ੍ਹਾ ਜਿਹਾ ਤੁਹਾਨੂੰ ਪਹਿਲਾਂ ਦੱਸ ਦੇਵਾਂ, ਆਈਸੋ ਆਪਾਂ ਉਹ 'ਚ ਪੜ੍ਹਿਆ ਸੀਗਾ। ਆਈਸੋ ਮੈਨੇ ਜਿਹੜੇ ਗੈਮੇਟ ਸਿਮਿਲਰ ਇਨ ਸ਼ੇਪ, ਸਾਈਜ਼, ਸਟਰਕਚਰ, ਫੰਕਸ਼ਨ, ਮੋਰਫੋਲੋਜੀ 'ਚ ਅਸੀਂ ਕਹਿ ਸਕਦੇ ਹਾਂ ਸਿਮਿਲਰ ਹੁੰਦੇ ਆ, ਉਹਨਾਂ ਦੇ ਉਹ ਉੱਦਾਂ ਦੇ ਗੈਮੇਟਸ 'ਚ ਅਗਰ ਫਿਊਜ਼ਨ ਹੋਵੇ ਤਾਂ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਆਈਸੋਗੈਮੇਟਸ। ਹੁਣ ਬੇਟਾ ਕਲੈਡੋਫੋਰਾ ਜਿਹੜਾ ਹੈ ਨਾ, ਇਹਦੇ ਵਿੱਚ ਜਿਵੇਂ ਤੁਸੀਂ ਵੋਲਵੋਕਸ 'ਚ ਪੜ੍ਹਿਆ ਸੀ ਕਿ ਐਂਥਰੀਡੀਆ ਹੁੰਦਾ ਆ, ਆਰਕੀਗੋਨੀਅਮ ਹੁੰਦਾ ਆ, ਇਹਦੇ ਵਿੱਚ ਦੋਨੋਂ ਸੈਕਸ ਔਰਗਨਸ ਨਹੀਂ ਡਿਵੈਲਪ ਹੁੰਦੇ। ਤਾਂ ਉਹਦੇ ਵਿੱਚ ਮੈਂ ਤੁਹਾਨੂੰ ਜਨਰਲ ਕਰੈਕਟਰਸ 'ਚ ਦੱਸਿਆ ਸੀਗਾ ਕਿ ਕਈ ਵਾਰ ਗ੍ਰਾਮ ਸਟੇਨ ਹੁੰਦੀ ਆ, ਉਸ ਸਟੇਨ ਦੇ ਵਿੱਚ ਐਲਗਲ ਸਪੀਸ਼ੀਜ਼ ਪਾ ਕੇ ਜਿਹੜੀ ਸਟੇਨ ਲੈ ਲੈਂਦੀ ਆ ਬਲਿਊ ਕਲਰ, ਉਹ ਪੋਜ਼ੀਟਿਵ ਸਟੇਨ ਕਹਿਲਾਉਂਦੀ ਹੈ। ਜਿਹੜੀ ਸਟੇਨ ਨਹੀਂ ਲੈਂਦੀ ਬਲਿਊ ਕਲਰ, ਜਿਹੜੇ ਸਪੀਸ਼ੀਜ਼ ਪਲਾਂਟ ਦਾ ਨਹੀਂ ਹੁੰਦਾ, ਉਹ ਨੈਗੇਟਿਵ ਸਟੇਨ ਹੁੰਦੀ ਹੈ। ਤਾਂ ਇਹਦੇ ਵਿੱਚ ਫਾਈਕੋਲੋਜਿਸਟ ਨੂੰ ਐਸ ਸੱਚ ਨਹੀਂ ਸੈਕਸ ਔਰਗਨਸ ਦੇਖਣ ਨੂੰ ਮਿਲੇ ਤਾਂ ਉਹਨਾਂ ਨੇ ਸਟੇਨ ਦੇ ਥਰੂ ਹੀ ਪੋਜ਼ੀਟਿਵ ਸਟੇਨ ਪਾ ਕੇ ਹੀ ਰੀਪਰੋਡਕਸ਼ਨ ਜਿਹੜੀ ਆ ਉਹ ਸਟੱਡੀ ਕੀਤੀ ਹੈ। ਹੁਣ ਲਿਸਟ ਦੇ ਅਕੋਰਡਿੰਗ ਇਹਨੇ ਗਲੋਮੇਰੇਟਾ ਦੇ ਵਿੱਚ ਇਹ ਰਿਪੋਰਟ ਕੀਤਾ ਸੀਗਾ ਕਿ ਗੈਮੇਟਸ ਜਿਹੜੇ ਆ ਸਿਰਫ ਸਪਰਿੰਗ 'ਚ ਪ੍ਰੋਡਿਊਸਡ ਹੁੰਦੇ ਆ, ਔਰ ਇਹਨਾਂ ਸਪੀਸ਼ੀਜ਼ ਦੇ ਵਿੱਚ ਗੈਮੇਟਸ ਜਿਹੜੇ ਆ ਉਹਨਾਂ ਦੀ ਜਿਹੜੀ ਜਿੱਦਾਂ ਯੂਸਪੋਰਸ ਪ੍ਰੋਡਿਊਸਡ ਹੋਇਆ ਕਿ ਇੱਕ ਥੈਲਸ ਦੇ ਵਿੱਚ ਪ੍ਰੋਡਿਊਸਡ ਹੋ ਗਏ ਹੈ ਨਾ, ਔਰ ਉਹਨਾਂ 'ਚ ਫਲੈਜੇਲਾ ਮੈਚਿਓਰ ਹੁੰਦੇ ਆ, ਫਲੈਜੇਲਾ ਡਿਵੈਲਪ ਹੁੰਦਾ ਆ, ਫਿਰ ਉਹ ਬਾਹਰ ਰਿਲੀਜ਼ ਹੁੰਦੇ ਆ। ਤਾਂ ਸੇਮ ਮੈਨਰ 'ਚ ਇਹਨਾਂ ਦੇ ਵਿੱਚ ਗੈਮੇਟਸ ਡਿਵੈਲਪ ਹੁੰਦੇ ਆ। ਲੇਕਿਨ ਮੀਓਸਿਸ ਹੁੰਦਾ ਆ ਇਹਨਾਂ ਦੇ ਵਿੱਚ, ਜਦੋਂ ਗੈਮੇਟਸ ਦਾ ਫਾਰਮੇਸ਼ਨ ਹੁੰਦਾ ਆ ਤਾਂ ਇਹਨਾਂ 'ਚ ਮੀਓਸਿਸ ਹੁੰਦਾ ਆ। ਮੀਓਸਿਸ ਕੀ ਆ? ਰਿਡਕਸ਼ਨਲ ਡਿਵੀਜ਼ਨ, ਮਤਲਬ ਹਾਫ ਦਾ ਨੰਬਰ ਆਫ ਕ੍ਰੋਮੋਜ਼ੋਮ ਹੋ ਜਾਂਦੇ ਆ 2n, ਡਿਪਲੋਇਡ ਕੰਡੀਸ਼ਨ ਅਸੀਂ ਵੀ ਕਹਿ ਸਕਦੇ ਹਾਂ। ਹੁਣ ਮੀਓਸਿਸ ਹੁੰਦਾ ਆ, ਪਰ ਉਤੋਂ ਜਿਹੜੇ ਗੈਮੇਟਸ ਆ ਉਹ ਹੈਪਲੋਇਡ ਬਣਨੇ ਆ, ਬਾਈਫਲੈਜੇਲੇਟਡ, ਮਤਲਬ ਉਹਨਾਂ 'ਚ ਵੀ ਫਲੈਜੇਲਾ ਹੁੰਦਾ ਆ
पर वो हैप्लॉइड होंगे आ। हैप्लॉइड गैमीट्स ਇਹਦੇ ਵਿੱਚ ਜਿਹੜੇ ਆ ਉਹ ਬਣਦੇ ਆ ਜਿਹੜਾ ਕਲੈਡੋਫੋਰਾ ਦੇ ਵਿੱਚ। ਹੈਪਲॉइड ਗੈਮੀਟਸ ਇਹਦੇ ਵਿੱਚ ਬਣਦੇ ਆ। ਹੁਣ ਇਹ ਗੈਮੀਟਸ ਜਿਹੜੇ ਆ ਕਿਉਂਕਿ ਐਗਜ਼ੈਕਟਲੀ ਸਿਮਿਲਰ ਹੋਣਗੇ ਟੂ ਪੇਰੈਂਟ ਗੈਮੀਟਸ ਦੀ ਜਿਹੜੀ ਮਾਰਫੋਲੋਜੀ ਆ ਉਹ ਐਗਜ਼ੈਕਟਲੀ ਸਿਮਿਲਰ ਹੋਏਗੀ। ਤਾਂ ਇਹ ਵੀ ਗੈਮੀਟਸ ਉੱਪਰੋਂ ਹੀ ਇੱਦਾਂ ਜਿੱਦਾਂ ਟਿਪ ਫਟ ਰਹੀ ਆ, ਟਿਪ ਤੋਂ ਫਟ ਕੇ ਬਾਹਰ ਲਿਬਰੇਟ ਹੋਣੇ ਆ। ਅਤੇ ਦੋਨੋਂ ਗੈਮੀਟਸ ਜਿਹੜੇ ਆ ਉਹ ਐਗਜ਼ੈਕਟਲੀ ਸਿਮਿਲਰ ਹੋਣ ਕਰਕੇ ਨਹੀਂ ਪਹਿਚਾਣ ਹੁੰਦੇ ਕਿ ਮੇਲ ਕਿਹੜਾ ਫੀਮੇਲ ਕਿਹੜਾ। ਫਿਰ ਇਹਨੂੰ ਸਟੇਨ ਕਰਦੇ ਆ। ਸਟੇਨ 'ਚੋਂ ਜਿਹੜਾ ਸਟੇਨ ਲੈ ਲੈਂਦਾ ਉਹਨੂੰ ਪੋਜ਼ੀਟਿਵ ਸਟੇਨ, ਜਿਹੜਾ ਨਹੀਂ ਲੈਂਦਾ ਉਹਨੂੰ ਨੈਗੇਟਿਵ ਸਟੇਨ ਵਾਲੇ ਗੈਮੀਟਸ ਕਹਿੰਦੇ ਆ। ਫਿਰ ਉਹਨਾਂ 'ਚ ਦੇਖਦੇ ਆ ਕਿ ਫਿਊਜ਼ਨ ਹੋਇਆ ਕਿ ਨਹੀਂ, ਮਤਲਬ ਫਿਊਜ਼ਨ ਹੋ ਗਿਆ। ਅਗਰ ਜ਼ਾਈਗੋਟ ਬਣ ਗਿਆ ਇਟ ਮੀਨਸ ਦੋਨਾਂ 'ਚ ਫਿਊਜ਼ਨ ਹੋ ਗਿਆ ਹੈ। ਤਾਂ ਜ਼ਾਈਗੋਟ ਜਿਹੜਾ ਹੁਣ ਇਹਨਾਂ ਤੋਂ ਬਣਨਾ ਉਹ ਡਿਪਲੋਇਡ ਜ਼ਾਈਗੋਟ ਹੁੰਦਾ ਆ। ਜ਼ਾਈਗੋਟ ਜਿਹੜਾ ਆ ਜਰਮੀਨੇਟ ਕਰ ਜਾਂਦਾ ਆ ਵਿਦਾਊਟ ਰੈਸਟਿੰਗ ਪੀਰੀਅਡ। ਜਬ ਵੋਲਵੋਕਸ ਸ਼ਾਇਦ ਅਸੀਂ ਪੜ੍ਹਿਆ ਸੀ ਕਿ ਰੈਸਟਿੰਗ ਕੰਡੀਸ਼ਨ ਹੁੰਦੀ ਆ, ਜ਼ਾਈਗੋਟ ਪਹਿਲਾਂ ਰੈਸਟ ਕਰਦਾ ਫਿਰ ਜਰਮੀਨੇਟ ਕਰਦਾ। ਇਹਦੇ ਵਿੱਚ ਡਾਇਰੈਕਟਲੀ ਜਿੱਦਾਂ ਹੀ ਫਿਊਜ਼ਨ ਹੁੰਦਾ ਉੱਦਾਂ ਹੀ ਜ਼ਾਈਗੋਟ ਬਣਦਾ ਆ ਔਰ ਬਣਨ ਦੇ ਨਾਲ ਹੀ ਵਿਦ ਜਰਮੀਨੇਸ਼ਨ ਉਹਦੇ ਵਿੱਚ ਸਟਾਰਟ ਹੋ ਜਾਂਦਾ ਆ। ਹੁਣ ਜ਼ਾਈਗੋਟ ਜਿਹੜਾ ਆ ਕਾਚ ਜਰਮੀਨੇਟ ਹੋਏਗਾ ਸਪੋਰੋਫਿਟਿਕ ਪਲਾਂਟ ਬੋਡੀ। ਇਹ ਯਾਦ ਰੱਖਣਾ ਆ ਜ਼ਾਈਗੋਟ ਜਿਹੜਾ ਆ ਇਟ ਜਰਮੀਨੇਟਸ ਇਨਟੂ ਸਪੋਰੋਫਾਈਟ ਜਾਂ ਸਪੋਰੋਫਿਟਿਕ ਪਲਾਂਟ ਬੋਡੀ। ਹੁਣ ਜ਼ਾਈਗੋਟ ਦਾ ਫਲੈਜੇਲਾ ਵਿਡਰੋ ਹੋ ਜਾਣਾ, ਝੜ ਜਾਣਾ ਆ। ਉਹਨੇ ਆਪਣੇ ਆਲੇ ਦੁਆਲੇ ਵਾਲ ਸਿਕਰੀਟ ਕਰ ਲੈਣੀ ਆ ਅਤੇ ਡਾਇਰੈਕਟਲੀ ਫਿਰ ਜਰਮੀਨੇਟ ਕਰ ਜਾਣਾ ਇਨਟੂ ਨਿਊ ਕਲੈਡੋਫੋਰਾ। ਫਿਰ ਅਸੀਂ ਗੱਲ ਕਰੀਏ ਹੋਰ ਸਪੀਸ਼ੀਜ਼ ਦੀ, ਤਾਂ ਇਹ ਸੀਗਾ ਆਈਸੋਗੈਮਸ ਕੰਡੀਸ਼ਨ। ਇੱਥੇ ਮੈਂ ਤੁਹਾਨੂੰ ਡਾਇਗਰਾਮ 'ਚ ਥੋੜ੍ਹਾ ਜਿਹਾ ਐਕਸਪਲੇਨ ਕਰ ਦਿੰਦੀ ਹਾਂ ਕਿ ਆਹ ਜਿਹਦੇ ਅੰਦਰ ਗੈਮੀਟਸ ਬਣਨੇ ਆ ਉਹਨੂੰ ਆਪਾਂ ਕਹਿੰਦੇ ਆ ਗੈਮੀਟੈਂਜੀਅਮ। ਆਹ ਬ੍ਰਾਂਚ ਆ ਇਹਨੂੰ ਕਹਿੰਦੇ ਗੈਮੀਟੈਂਜੀਅਮ। ਇਹਦੇ ਅੰਦਰ ਗੈਮੀਟਸ ਬਣਨੇ ਆ। ਹੁਣ ਕਿਉਂਕਿ ਮੇਲ ਔਰ ਫੀਮੇਲ ਤਾਂ ਪਹਿਚਾਣ ਨਹੀਂ ਹੋਏ, ਸਟੇਨ ਕੀਤੀ। ਆਹ ਪੋਜ਼ੀਟਿਵ ਸਪੋਜ਼ ਹੈਗਾ, ਇਹ ਨੈਗੇਟਿਵ ਸਟੇਨ ਵਾਲਾ ਆ। ਹੁਣ ਇਹਦੇ ਵੀ ਗੈਮੀਟਸ ਇੱਥੋਂ ਫਟ ਕੇ ਬਾਹਰ ਨਿਕਲਣੇ ਆ, ਇਹਦੇ ਵੀ ਗੈਮੀਟਸ ਇੱਥੋਂ ਫਟ ਕੇ ਬਾਹਰ ਨਿਕਲਣੇ ਆ। ਆਹ ਦੋਨਾਂ ਦੇ ਗੈਮੀਟਸ ਦੇਖੋ ਬਾਹਰ ਨਿਕਲ ਗਏ, ਪੋਜ਼ੀਟਿਵ ਗੈਮੀਟ ਨੈਗੇਟਿਵ ਗੈਮੀਟ। ਫਿਰ ਇਹਨਾਂ ਦਾ ਆਹ ਨੀਚੇ ਫਿਊਜ਼ਨ ਹੋ ਗਿਆ। ਫਿਊਜ਼ਨ ਹੋ ਕੇ ਆਹ ਦੇਖੋ ਫਿਊਜ਼ਨ ਹੋ ਗਿਆ, ਫਰਟੀਲਾਈਜੇਸ਼ਨ ਹੋ ਗਿਆ। ਹੁਣ ਆਹ ਬਣ ਗਿਆ ਜ਼ਾਈਗੋਟ। ਜ਼ਾਈਗੋਟ ਨੇ ਕੋਈ ਰੈਸਟਿੰਗ ਪੀਰੀਅਡ 'ਚ ਨਹੀਂ ਜਾਣਾ ਹੈਗਾ, ਡਾਇਰੈਕਟ ਇਹਨੇ ਜਰਮੀਨੇਟ ਹੋਣਾ ਸਟਾਰਟ ਹੋਣਾ ਆ ਇਨਟੂ ਨਿਊ ਕਲੈਡੋਫੋਰਾ। ਤਾਂ ਇਹ ਤੁਸੀਂ ਯਾਦ ਰੱਖਣਾ ਆ। ਫਿਰ ਕਈ ਸਪੀਸ਼ੀਜ਼ ਕਲੈਡੋਫੋਰਾ ਦੀ ਆ, ਉਹਦੇ ਵਿੱਚ ਵੀ ਗੈਮੀਟਸ ਜਿਹੜੇ ਆ ਉਹ ਪ੍ਰੋਡਿਊਸਡ ਹੁੰਦੇ ਆ ਗੈਮੀਟੋਫਾਈਟ ਦੇ ਵਿੱਚ। ਹੈਪਲॉइड ਪਲਾਂਟਸ 'ਚ ਅਸੀਂ ਕਹਿ ਸਕਦੇ ਹਾਂ। ਇਹ ਗੈਮੀਟੋਫਿਟਿਕ ਪਲਾਂਟ ਜਿਹੜੇ ਇਹ ਵੀ ਹੀਟਰੋਥੈਲਿਕ ਹੁੰਦੇ ਆ। ਪੋਜ਼ੀਟਿਵ ਵਾਲੀ ਪੋਜ਼ੀਟਿਵ ਗੈਮੀਟਸ ਪ੍ਰੋਡਿਊਸ ਕਰੂਗੀ, ਨੈਗੇਟਿਵ ਵਾਲੀ ਨੈਗੇਟਿਵ ਸਟੇਨ ਗੈਮੀਟਸ ਪ੍ਰੋਡਿਊਸ ਕਰੂਗੀ। ਉਹਨਾਂ ਦੇ ਗੈਮੀਟੈਂਜੀਆ ਦੇ ਵਿੱਚ ਫਿਰ ਉੱਪਰੋਂ ਇੱਦਾਂ ਹੀ ਫਟਣਾ ਜਿੱਦਾਂ ਤੁਸੀਂ ਉੱਪਰ ਦੇਖਿਆ, ਉਹਨਾਂ ਨੇ ਵੀ ਲਿਬਰੇਟ ਹੋਣੇ ਆ ਅਤੇ ਫਿਊਜ਼ ਹੋਣਾ ਆ ਅਤੇ ਫਾਰਮ ਕਰਨਾ ਆ ਜ਼ਾਈਗੋਟ। ਸੇਮ ਵੇ ਉੱਪਰ ਜੋ ਤੁਸੀਂ ਪੜ੍ਹਿਆ ਜ਼ਾਈਗੋਟ ਬਣਨਾ ਆ। ਜ਼ਾਈਗੋਟ ਹੁਣ ਜਿਹੜਾ ਆ ਉਹਨੇ ਅੱਗੇ ਜਰਮੀਨੇਟ ਕਰਨਾ ਆ ਡਿਪਲੋਇਡ। ਜ਼ਾਈਗੋਟ ਖੁਦ ਡਿਪਲੋਇਡ ਹੁੰਦਾ ਆ 2n ਔਰ ਇਹ ਜਰਮੀਨੇਟ ਕਰ ਜਾਂਦਾ ਆ ਟੂ ਪ੍ਰੋਡਿਊਸ ਡਿਪਲੋਇਡ ਸਪੋਰੋਫਿਟਿਕ ਪਲਾਂਟ ਬੋਡੀ। ਜ਼ਾਈਗੋਟ ਤੋਂ ਸਪੋਰੋਫਾਈਟ ਬਣਨਾ, ਇਹ ਤਾਂ 100% ਯਾਦ ਰੱਖਣਾ ਆ। ਹੁਣ ਇੱਥੇ ਜਿਹੜਾ ਸਪੋਰੋਫਾਈਟ ਬਣਨਾ ਆ ਕੁਝ ਸਪੀਸ਼ੀਜ਼ 'ਚ ਉਹ ਡਿਪਲੋਇਡ ਹੋਏਗਾ, ਕਈਆਂ ਦੇ ਵਿੱਚ ਹੈਪਲॉइड ਵੀ ਬਣ ਸਕਦਾ ਹੈ ਸਪੋਰੋਫਾਈਟ, ਉਹ ਵੇਰੀ ਕਰੂਗਾ ਸਪੀਸ਼ੀਜ਼ ਟੂ ਸਪੀਸ਼ੀਜ਼। ਵੈਸੇ ਬਹੁਤ ਈਜ਼ੀ ਆ, ਮਾੜਾ ਮੋਟਾ ਆਹ ਡਿਪਲੋਇਡ ਹੈਪਲॉइड ਸਪੋਰੋਫਾਈਟ ਇਹ ਯਾਦ ਰੱਖਣ ਵਾਲੀ ਚੀਜ਼ ਆ। ਇਹ ਤਾਂ ਬਾਰ-ਬਾਰ ਪੜ੍ਹੋਗੇ ਤਾਂ ਹੀ ਆਉਣੀ ਹੈ ਬੇਟੇ, ਅਦਰਵਾਈਜ਼ ਨਹੀਂ ਆਉਣੀ ਹੈਗੀ। ਫਿਰ ਹੁਣ ਅਸੀਂ ਜੇ ਗੱਲ ਕਰੀਏ ਲਾਈਫ ਸਾਈਕਲ ਦੀ,
ਤਾਂ ਕਲੈਡੋਫੋਰਾ ਗਲੋਮੇਰੇਟਾ ਤੋਂ ਇਲਾਵਾ ਜਿੰਨੇ ਵੀ ਸਪੀਸ਼ੀਸ ਹੈ ਕਲੈਡੋਫੋਰਾ ਦੇ ਸਾਰਿਆਂ ਵਿੱਚ ਆਈਸੋਮੋਰਫਿਕ ਟਾਈਪ ਆਫ ਲਾਈਫ ਸਾਈਕਲ ਜਿਹੜਾ ਆ ਉਹ ਦੇਖਿਆ ਗਿਆ ਆ, ਜਾਂ ਆਲਟਰਨੇਸ਼ਨ ਆਫ ਜਨਰੇਸ਼ਨ। ਆਲਟਰਨੇਸ਼ਨ ਆਫ ਜਨਰੇਸ਼ਨ ਦੀ ਲਾਈਫ ਸਾਈਕਲ ਇਹ ਆ, ਹੁਣੇ ਜਿਹੜੀ ਅਸੀਂ ਗੱਲ ਕੀਤੀ ਕਿ ਸਪੋਰੋਫਿਟਿਕ ਫੇਸ ਆ, ਗੈਮੀਟੋਫਿਟਿਕ ਫੇਸ ਆ, ਜ਼ਾਈਗੋਟ ਤੋਂ ਸਪੋਰ ਬਣਦੇ ਆ, ਸਪੋਰਸ ਤੋਂ ਗੈਮੀਟੋਫਾਈਟ, ਜ਼ਾਈਗੋਟ ਤੋਂ ਸਪੋਰੋਫਾਈਟ ਬਣਦਾ ਆ, ਔਰ ਜ਼ੂਸਪੋਰਸ ਤੋਂ ਗੈਮੀਟੋਫਾਈਟ ਬਣਦਾ। ਇਹੀ ਪੜ੍ਹਿਆ ਸੀ, ਪੁੱਠਾ ਹੁੰਦਾ ਆ ਬੇਟੇ। ਜਿੱਥੇ ਤੁਸੀਂ ਜ਼ਾਈਗੋਟ ਪੜ੍ਹਨਾ ਆ ਉੱਥੇ ਬਣਾ ਦੇਣਾ ਸਪੋਰੋਫਾਈਟ, ਸਪੋਰਸ ਤੋਂ ਗੈਮੀਟੋਫਾਈਟ ਬਣਦਾ। ਬਸ ਇਹ ਇੱਕ ਐਰੋ ਬਣਾ ਕੇ ਤੁਸੀਂ ਲਿਖ ਲੈਣਾ ਹੈ। ਇੱਥੇ ਮੈਂ ਤੁਹਾਨੂੰ ਲਿਖ ਵੀ ਦਿੰਦੀ ਹਾਂ, ਸਪੋਰਸ ਤੋਂ ਬਣਨਾ ਹੈ ਗੈਮੀਟੋਫਾਈਟ, ਗੈਮੀਟੋ SG, ਇੱਦਾਂ ਯਾਦ ਰੱਖ ਲੈਣਾ, SG, S for spores, G for gametophyte, ZS, Z for zygote, S for sporophyte। ਇੱਦਾਂ ਯਾਦ ਰੱਖ ਲਓਗੇ ਤਾਂ ਤੁਹਾਨੂੰ ਯਾਦ ਰਹਿਣਾ ਆ। ਕਾਪੀ ਬੁੱਕ ਦੇ ਫਰੰਟ ਪੇਜ 'ਤੇ ਹੀ ਲਿਖ ਲਿਓ ਤਾਂ ਕਿ ਤੁਹਾਨੂੰ ਯਾਦ ਰਹੇ। ਹੁਣ ਜਿਹੜਾ ਇਹਦੇ ਆਲਟਰਨੇਸ਼ਨ ਆਫ ਜਨਰੇਸ਼ਨ ਕੀ ਹੁੰਦਾ ਆ, 2 ਫੇਸਿਸ ਹੁੰਦੀਆਂ, ਸਪੋਰੋਫਿਟਿਕ ਫੇਸ ਅਤੇ ਗੈਮੀਟੋਫਿਟਿਕ ਫੇਸ। ਸਪੋਰੋਫਿਟਿਕ ਫੇਸ ਜਿਹੜੀ ਆ ਉਹ ਬ੍ਰਾਂਚਡ ਹੁੰਦੀ ਆ, ਫਿਲਾਮੈਂਟਸ। ਮੈਚਿਓਰਿਟੀ 'ਤੇ ਇਹਦੇ ਵਿੱਚ ਯੂਸਪ੍ਰੈਂਜੀਅਮ ਬਣਦਾ ਆ, ਯੂਸਪ੍ਰੈਂਜੀਅਮ ਦੇ ਅੰਦਰ ਯੂਸਪੋਰਸ ਬਣਦੇ ਆ। ਯੂਸਪੋਰਸ ਜਿਹੜੇ ਆ ਉਹ ਬਾਹਰ ਲਿਬਰੇਟ ਹੁੰਦੇ ਆ, ਲਿਬਰੇਟ ਹੋ ਕੇ ਇਹਨਾਂ 'ਚ ਜਿਹੜੀ ਡਿਵੀਜ਼ਨ ਹੁੰਦੀ ਆ, ਯੂਸਪ੍ਰੈਂਜੀਅਮ ਦੇ ਅੰਦਰ ਜਿਹੜੀ ਡਿਵੀਜ਼ਨ ਹੋਣੀ ਆ ਉਹ ਮੀਓਸਿਸ ਹੁੰਦੀ ਆ। ਮੀਓਸਿਸ ਹੋ ਕੇ ਯੂਸਪੋਰਸ ਜਿਹੜੇ ਆ ਉਹ ਬਣਦੇ ਆ, ਪਰ ਯੂਸਪੋਰਸ ਜਿਹੜੇ ਖੁਦ ਬਣਨੇ ਆ ਉਹ ਹੈਪਲੋਇਡ ਹੁੰਦੇ ਆ। ਠੀਕ ਹੈ, ਯੂਸਪੋਰਸ ਹੈਪਲੋਇਡ ਹੁੰਦੇ ਆ। ਇਹਦੇ ਵਿੱਚ ਹੁਣ ਇਹ ਮੀਓਜ਼ੂਸਪੋਰਸ ਲਿਬਰੇਟਡ ਹੁੰਦੇ ਆ ਅਤੇ ਜਰਮੀਨੇਟ ਕਰਦੇ ਆ ਟੂ ਫਾਰਮ ਗੈਮੀਟੋਫਾਈਟ। ਗੈਮੀਟੋਥੈਲੀ ਮਤਲਬ ਗੈਮੀਟੋਫਾਈਟ। ਗੈਮੀਟੋਫਾਈਟ ਜਿਹੜੇ ਆ ਮੋਰਫੋਲੋਜੀਕਲੀ ਆਈਡੈਂਟੀਕਲ ਟੂ ਸਪੋਰੋਫਿਟਿਕ ਥੈਲਾਈ, ਪਰ ਉਹਨਾਂ ਦੀ ਜੈਨੇਟਿਕ ਮਤਲਬ ਅੰਦਰੋਂ ਜੈਨੇਟਿਕਲ ਕੌਨਸਟੀਟਿਊਸ਼ਨ ਉਹ ਡਿਫਰੈਂਟ ਹੁੰਦਾ ਉਹਨਾਂ ਦੇ ਵਿੱਚ। ਹੁਣ ਮੈਚਿਓਰ ਗੈਮੀਟੋਥੈਲਾਈ ਜਿਹੜਾ ਆ ਉਹ ਫਿਰ ਤੀ ਗੈਮੀਟੈਂਜੀਆ ਬਣਾਊਗਾ। ਗੈਮੀਟੈਂਜੀਆ ਦੇ ਵਿੱਚ ਗੈਮੀਟਸ ਬਣਦੇ ਆ। ਗੈਮੀਟਸ ਜਿਹੜੇ ਆ ਬਾਹਰ ਲਿਬਰੇਟ ਹੁੰਦੇ ਆ, ਸਵਿਮ ਕਰਦੇ ਆ ਐਕਸਟਰਨਲ ਵਾਟਰ 'ਚ, ਅਤੇ ਫਿਊਜ਼ਨ ਹੁੰਦੀ ਆ ਗੈਮੀਟਸ ਦੇ ਵਿੱਚ, ਔਰ ਫਿਊਜ਼ਨ ਹੋ ਕੇ ਫਾਰਮ ਕਰਦੇ ਆ। ਕੀ ਫਾਰਮ ਕਰੂਗੇ ਫਿਊਜ਼ਨ ਹੋ ਕੇ? ਜ਼ਾਈਗੋਟ। ਠੀਕ ਹੈ, ਫਿਊਜ਼ਨ, ਫਰਟੀਲਾਈਜੇਸ਼ਨ, ਜ਼ਾਈਗੋਟ, ਉਹ ਪੋਜ਼ੀਟਿਵ ਨੈਗੇਟਿਵ ਤਾਂ ਤੁਸੀਂ ਯਾਦ ਹੀ ਰੱਖਣਾ ਆ, ਅਤੇ ਇਹਨਾਂ ਤੋਂ ਬਣਨਾ ਆ। ਫਿਰ ਜ਼ਾਈਗੋਟ ਤੋਂ ਕੀ ਬਣੂਗਾ? ਸਪੋਰੋਫਿਟਿਕ ਪਲਾਂਟ। ਅਤੇ ਇਹ ਹੋ ਗਈ ਆਲਟਰਨੇਸ਼ਨ ਆਫ ਜਨਰੇਸ਼ਨ ਕਿ ਇੱਕ ਪਾਸੇ ਪਹਿਲਾਂ ਸਪੋਰਸ ਬਣੇ, ਸਪੋਰਸ ਤੋਂ ਗੈਮੀਟੋਫਾਈਟ ਬਣਿਆ, ਫਿਰ ਗੈਮੀਟੋਫਾਈਟਸ ਤੋਂ ਗੈਮੀਟਸ ਬਣੇ, ਗੈਮੀਟਸ ਜਿਹੜੇ ਆ ਬਾਹਰ ਲਿਬਰੇਟ ਹੋ ਕੇ ਫਿਊਜ਼ਨ, ਫਰਟੀਲਾਈਜੇਸ਼ਨ, ਜ਼ਾਈਗੋਟ, ਜ਼ਾਈਗੋਟ ਤੋਂ ਫਿਰ ਬਣ ਜਾਣਾ ਹੈ ਸਪੋਰੋਫਿਟਿਕ ਪਲਾਂਟ ਬੋਡੀ। ਦਿਸ ਇਜ਼ ਦਾ ਆਲਟਰਨੇਸ਼ਨ ਆਫ ਜਨਰੇਸ਼ਨ। ਹੁਣ ਇੱਥੇ ਕਿਉਂਕਿ ਗੈਮੀਟਸ 'ਚ ਕੋਈ ਡਿਫਰੈਂਸ ਨਹੀਂ ਸੀਗਾ, ਆਈਸੋਗੈਮਸ ਸੀਗੇ, ਦੈਟਸ ਵਾਈ ਆਲਟਰਨੇਸ਼ਨ ਆਫ ਜਨਰੇਸ਼ਨ ਜਾਂ ਲਾਈਫ ਸਾਈਕਲ ਆਈਸੋਮੋਰਫਿਕ ਟਾਈਪ ਆਫ ਲਾਈਫ ਸਾਈਕਲ ਹੈਗਾ ਇਹਦੇ ਵਿੱਚ। ਠੀਕ ਹੈ ਬੇਟਾ, ਆਈਸੋਮੋਰਫਿਕ, ਆਈਸੋਮੋਰਫਿਕ ਟਾਈਪ ਆਫ ਲਾਈਫ ਸਾਈਕਲ ਆ। ਕੁਛ ਨਹੀਂ ਹੈਗਾ, ਜਿੰਨੇ ਡਾਇਗਰਾਮ ਤੁਸੀਂ ਪਿੱਛੇ ਦੇਖੇ ਆ, ਚਾਹੇ ਗੈਮੀਟੋਫਾਈਟ ਇੱਥੋਂ ਸਟਾਰਟ ਕਰ ਲਓ, ਆਹ ਗੈਮੀਟੈਂਜੀਅਮ, ਗੈਮੀਟਸ ਬਣ ਗਏ, ਫਿਊਜ਼ਨ, ਫਰਟੀਲਾਈਜੇਸ਼ਨ, ਜ਼ਾਈਗੋਟ, ਜ਼ਾਈਗੋਟ ਤੋਂ ਨਵਾਂ ਥੈਲਸ ਆ ਬਣ ਗਿਆ ਸਪੋਰੋਫਾਈਟ, ਸਪੋਰੋਫਾਈਟ ਤੋਂ ਹੁਣ ਮੀਓਸਿਸ ਹੋਇਆ, ਸਪੋਰਸ ਬਣੇ, ਸਪੋਰਸ ਯੂਸਪੋਰਸ ਬਾਹਰ ਲਿਬਰੇਟ ਹੋਏ, ਸਪੋਰਸ, ਯੂਸਪੋਰਸ, ਯੂਸਪੋਰਸ ਇੱਕੋ ਹੀ ਗੱਲ ਆ। ਸਪੋਰਸ ਜਰਮੀਨੇਟ ਹੋਏ, ਸਪੋਰਸ ਤੋਂ ਗੈਮੀਟੋਫਾਈਟ ਬਣਿਆ। ਦੇਖੋ ਬੇਟਾ ਮੈਂ ਫੇਰ ਸਮਝਾ ਦਿੰਦੀ ਹਾਂ, ਬਹੁਤ ਈਜ਼ੀ ਆ। ਗੈਮੀਟੋਫਿਟਿਕ ਕਲੈਡੋਫੋਰਾ ਤੋਂ ਗੈਮੀਟਸ ਬਣ ਗਏ, ਗੈਮੀਟਸ ਲਿਬਰੇਟ ਹੋਏ, ਫਿਊਜ਼ਨ ਹੋ ਗਿਆ ਗੈਮੀਟਸ ਦਾ, ਆ ਗੈਮੀਟਸ ਦਾ ਫਿਊਜ਼ਨ ਹੋਇਆ, ਗੈਮੀਟਸ ਦਾ ਫਿਊਜ਼ਨ ਹੋਇਆ ਅਤੇ ਫਰਟੀਲਾਈਜੇਸ਼ਨ ਹੋਇਆ ਅਤੇ ਜ਼ਾਈਗੋਟ ਬਣ ਗਿਆ। ਜ਼ਾਈਗੋਟ ਜਰਮੀਨੇਟ ਹੋਇਆ,
ਤਾਂ ਸਪੋਰੋਫਾਈਟ ਪਲਾਂਟ ਬਣਿਆ, ਹੁਣੇ ਹੀ ਮੈਂ ਦੱਸਿਆ ਹੀ ਆ। ਸਪੋਰੋਫਾਈਟ ਪਲਾਂਟ ਬਣਿਆ, ਇਹਦੇ ਅੰਦਰ ਫਿਰ ਮੀਓਸਿਸ ਹੋ ਕੇ ਯੂਸਪੋਰਸ ਬਣਨੇ ਆ ਯੂਸਪੋਰਸ ਬਣ ਗਏ। ਫਟਿਆ ਇਹ ਯੂਸਪੋਰਸ ਬਾਹਰ ਆਣੇ ਆ ਅਤੇ ਉਹਦਾ ਜਰਮੀਨੇਸ਼ਨ ਹੋਣਾ ਆ, ਤਾਂ ਨਵਾਂ ਥੈਲਸ ਗੈਮੀਟੋਫਾਈਟ ਪਲਾਂਟ ਬਣ ਗਿਆ। ਇੱਦਾਂ ਹੀ ਲਾਈਫ ਸਾਈਕਲ ਜਿਹੜਾ ਆ ਚੱਲੀ ਜਾਣਾ ਆ, ਆਈਸੋਮੋਰਫਿਕ ਟਾਈਪ ਆਫ ਲਾਈਫ ਸਾਈਕਲ। ਹੁਣ ਜੇ ਕਲੈਡੋਫੋਰਾ ਗਲੋਮੇਰੇਟਾ ਦੀ ਗੱਲ ਕਰੀਏ ਅਸੀਂ, ਤਾਂ ਇਹਦੇ ਵਿੱਚ ਵੀ ਅਲਟਰਨੇਸ਼ਨ ਆਫ ਗੈਮੀਟੋਫਿਟਿਕ ਅਤੇ ਸਪੋਰੋਫਿਟਿਕ ਫੇਸ ਜਨਰੇਸ਼ਨ ਹੁੰਦਾ ਹੀ ਆ। ਵੈਜੀਟੇਟਿਵ ਪਲਾਂਟ ਬੋਡੀ ਇਹਦੀ ਡਿਪਲੋਇਡ ਹੁੰਦੀ ਆ, ਜਿਹੜੇ ਕਿ ਇਹ ਸੈਕਸ਼ੁਅਲੀ ਰਿਪਰੋਡਕਸ਼ਨ ਕਰਦਾ ਆ, ਔਰ ਉਹ 'ਚ ਡਿਪਲੋਇਡ ਯੂਸਪੋਰਸ ਬਣਦੇ ਆ। ਡਿਊਰਿੰਗ ਸੈਕਸ਼ੁਅਲ ਰਿਪਰੋਡਕਸ਼ਨ ਥੈਲਸ ਜਿਹੜਾ ਆ ਉਹ ਗੈਮੀਟਸ ਬਣਾਉਂਦਾ ਆ। ਗੈਮੀਟਸ ਜਿਹੜੇ ਆ ਉਹ ਗੈਮੀਟੈਂਜੀਆ ਦੇ ਅੰਦਰ ਬਣਦੇ ਆ, ਔਰ ਜਿਹੜਾ ਨਿਊਕਲੀਆਈ ਗੈਮੀਟੈਂਜੀਆ ਦਾ ਉਹਦੇ ਵਿੱਚ ਮੀਓਸਿਸ ਹੁੰਦਾ ਆ। ਮੀਓਸਿਸ ਹੋ ਕੇ ਕੀ ਫਾਰਮ ਕਰੂਗਾ, ਮੀਓਸਿਸ ਹੋ ਕੇ ਫਰਦਰ ਜਿਹੜੇ ਗੈਮੀਟਸ ਬਣਨੇ ਆ ਉਹ ਹੈਪਲੋਇਡ, ਔਰ ਹੈਪਲੋਇਡ ਤੋਂ ਉਹਨਾਂ ਦਾ ਫਿਊਜ਼ਨ ਫਰਟੀਲਾਈਜੇਸ਼ਨ ਜ਼ਾਈਗੋਟ ਬਣਨਾ ਆ, ਔਰ ਜ਼ਾਈਗੋਟ ਤੋਂ ਫਿਰ ਕੀ ਬਣਨਾ ਆ, ਸਪੋਰੋਥੈਲਸ ਜਾਂ ਸਪੋਰੋਫਾਈਟ ਵੀ ਤੁਸੀਂ ਡਾਇਰੈਕਟ ਲਿਖ ਸਕਦੇ ਆ ਜੇ ਕਨਫਿਊਜ਼ਨ ਹੁੰਦਾ ਆ। ਠੀਕ ਹੈ, ਹੁਣ ਇੱਕ ਚੀਜ਼ ਯਾਦ ਰੱਖਣੀ ਆ ਕਿ ਕਲੈਡੋਫੋਰਾ ਗਲੋਮੇਰੇਟਾ ਜਿਹੜਾ ਆ ਉਹ ਥੋੜ੍ਹਾ ਸਪੈਸ਼ਲਾਈਜ਼ਡ ਆ। ਇਹਦੇ ਵਿੱਚ ਆਹੀ ਇੱਕ ਸਪੀਸ਼ੀਜ਼ 'ਚ ਦੇਖੋ ਸਾਰੀ ਡਿਫਰੈਂਸ ਆ, ਬਾਕੀ ਤਾਂ ਕਿਸੇ 'ਚ ਡਿਫਰੈਂਸ ਕੋਈ ਨਹੀਂ ਹੈਗਾ, ਐਗਜ਼ੈਕਟਲੀ ਉਹੀ ਚੀਜ਼ਾਂ ਚੱਲੀ ਆ ਰਹੀਆਂ। ਕਲੈਡੋਫੋਰਾ ਗਲੋਮੇਰੇਟਾ ਦੇ ਵਿੱਚ ਗੈਮੀਟੋਫਿਟਿਕ ਥੈਲਸ ਨਹੀਂ ਬਣਦਾ ਹੈਗਾ। ਠੀਕ ਹੈ, ਇਸ ਕਰਕੇ ਇਹਦੇ ਵਿੱਚ ਅਲਟਰਨੇਸ਼ਨ ਆਫ ਜਨਰੇਸ਼ਨ ਨਹੀਂ ਹੁੰਦੀ ਹੈਗੀ। ਤਾਂ 1 ਮਾਰਕ 'ਚ ਤੁਹਾਨੂੰ ਇਹ ਕੁਐਸਚਨ ਪੁੱਛ ਸਕਦੇ ਆ ਕਿ ਵਿਚ ਸਪੀਸ਼ੀਜ਼ ਡੂ ਨਾਟ ਹੈਵ ਗੈਮੀਟੋਫਿਟਿਕ ਥੈਲਸ, ਤਾਂ ਕਲੈਡੋਫੋਰਾ ਗਲੋਮੇਰੇਟਾ, ਔਰ ਜਾਂ ਫਿਰ ਵਿਚ ਸਪੀਸ਼ੀਜ਼ ਆਫ ਕਲੈਡੋਫੋਰਾ ਡੂ ਨਾਟ ਸ਼ੋ ਅਲਟਰਨੇਸ਼ਨ ਆਫ ਜਨਰੇਸ਼ਨ, ਤਾਂ ਕਲੈਡੋਫੋਰਾ ਗਲੋਮੇਰੇਟਾ। ਇਹ ਤੁਹਾਨੂੰ 1 ਮਾਰਕ 'ਚ ਪੁੱਛ ਸਕਦੇ ਆ, ਜਾਂ ਮਲਟੀਪਲ ਚੋਇਸ ਫਿਲ ਇਨ ਦੀ ਬਲੈਂਕ ਜਾਂ ਮਲਟੀਪਲ ਚੋਇਸ 'ਚ ਕੁਐਸਚਨ ਪੁੱਛ ਸਕਦੇ ਆ। ਤਾਂ ਸੇਮ ਆਹੀ ਲਾਈਫ ਸਾਈਕਲ ਹੈਗਾ ਆ। ਸਪੋਰੋਫਿਟਿਕ ਥੈਲਸ, ਇਹ ਤੋਂ ਇਹ ਸੈਕਸ਼ੁਅਲ ਰਿਪਰੋਡਕਸ਼ਨ ਦੇ ਦੁਆਰਾ ਯੂਸਪੋਰਸ ਬਣ ਗਏ, ਯੂਸਪੋਰਸ ਜਰਮੀਨੇਟ ਹੋਏ ਅਤੇ ਨਿਊ ਥੈਲਸ ਫਿਰ ਬਣ ਗਿਆ। ਤਾਂ ਇਹਦੇ ਵਿੱਚ ਹੁਣ ਸਪੋਰਸ ਤੋਂ ਗੈਮੀਟੋਫਾਈਟ ਬਣਨਾ ਆ, ਉਹਦੇ ਵਿੱਚ ਗੈਮੀਟੈਂਜੀਆ ਬਣਨਾ ਆ, ਗੈਮੀਟੈਂਜੀਅਮ ਦੇ ਅੰਦਰ ਗੈਮੀਟਸ ਬਣਨੇ ਆ, ਗੈਮੀਟਸ ਲਿਬਰੇਟ ਹੋਣੇ ਆ, ਫਿਊਜ਼ਨ ਫਰਟੀਲਾਈਜੇਸ਼ਨ ਜ਼ਾਈਗੋਟ। ਠੀਕ ਹੈ, ਆ ਸਪੋਰਸ ਤੋਂ ਆ ਤਾਂ ਸਪੋਰਸ ਬਣ ਗਏ, ਸਪੋਰਸ ਤੋਂ ਫਿਰ ਆਹ ਗੈਮੀਟਸ ਬਣਨੇ ਆ, ਗੈਮੀਟਸ ਫਿਊਜ਼ਨ ਫਰਟੀਲਾਈਜੇਸ਼ਨ ਜ਼ਾਈਗੋਟ, ਜ਼ਾਈਗੋਟ ਤੋਂ ਫਿਰ ਥੈਲਸ ਉਹੀ ਸ਼ੁਰੂ ਹੋਈ ਜਾਣਾ। 8 ਸ਼ੇਪ ਯਾਦ ਰੱਖ ਲੈਣਾ ਆ ਗਲੋਮੇਰੇਟਾ ਦਾ। ਅੱਛਾ, ਇੱਕ ਚੀਜ਼, ਗੈਮੀਟਸ ਸਪੋਰੋਫਾਈਟ ਥੈਲਸ ਤੋਂ ਡਾਇਰੈਕਟ ਇੱਥੇ ਗੈਮੀਟਸ ਬਣਨੇ ਆ, ਗੈਮੀਟੋਫਿਟਿਕ ਥੈਲਸ ਨਹੀਂ ਬਣਨਾ ਹੈਗਾ ਇਹਦੇ ਵਿੱਚ। ਇਹ ਚੀਜ਼ ਤੁਸੀਂ ਯਾਦ ਰੱਖਣੀ ਆ, ਹੁਣੇ ਹੀ ਮੈਂ ਬੋਲਿਆ ਵੀ ਸੀਗਾ। ਠੀਕ ਹੈ ਬੇਟਾ, ਜਿਹੜਾ ਇਹ ਸਪੈਸ਼ਲਾਈਜ਼ਡ ਕੰਡੀਸ਼ਨ ਆ ਕਲੈਡੋਫੋਰਾ ਗਲੋਮੇਰੇਟਾ ਦੇ ਵਿੱਚ ਗੈਮੀਟੋਫਿਟਿਕ ਥੈਲਸ ਨਹੀਂ ਬਣਨਾ ਹੈਗਾ, ਪਰ ਗੈਮੀਟਸ ਬਣਨੇ ਆ, ਕਿਉਂਕਿ ਸੈਕਸ਼ੁਅਲ ਰਿਪਰੋਡਕਸ਼ਨ ਉਹਦੇ ਵਿੱਚ ਕੰਪਲੀਟ ਹੋਣੀ ਆ। ਗੈਮੀਟਸ ਤੋਂ ਬਿਨਾਂ ਸੈਕਸ਼ੁਅਲ ਰਿਪਰੋਡਕਸ਼ਨ ਵੀ ਕੰਪਲੀਟ ਨਹੀਂ ਹੋਣੀ ਅਤੇ ਲਾਈਫ ਸਾਈਕਲ ਵੀ ਕੰਪਲੀਟ ਨਹੀਂ ਹੋਣਾ। ਕਨਫਿਊਜ਼ ਨਹੀਂ ਹੋਣਾ ਹੈਗਾ। ਗਲੋਮੇਰੇਟਾ ਦੇ ਵਿੱਚ ਗੈਮੀਟੋਫਾਈਟ ਪੂਰਾ ਨਹੀਂ ਬਣਨਾ ਹੈਗਾ, ਪਰ ਗੈਮੀਟਸ 101% ਬਣਨੇ ਆ। ਗੈਮੀਟਸ ਬਣੂਗੇ ਤਾਂ ਹੀ ਫਿਊਜ਼ਨ ਫਰਟੀਲਾਈਜੇਸ਼ਨ ਹੋਣਾ ਆ, ਔਰ ਸੈਕਸ਼ੁਅਲ ਰਿਪਰੋਡਕਸ਼ਨ ਤਾਂ ਹੀ ਕੰਪਲੀਟ ਹੋਣਾ ਆ, ਤਾਂ ਹੀ ਲਾਈਫ ਸਾਈਕਲ ਵੀ ਕੰਪਲੀਟ ਹੋਣਾ। ਨਹੀਂ ਤਾਂ ਫਿਰ ਆ ਸਿਰਫ ਇਹ ਸੈਕਸ਼ੁਅਲ ਰਿਪਰੋਡਕਸ਼ਨ ਰਹਿ ਜਾਣੀ ਸੀ। ਓਕੇ, ਆਲਟਰਨੇਸ਼ਨ ਆਫ ਜਨਰੇਸ਼ਨ ਨਹੀਂ ਹੁੰਦਾ, ਪਰ ਬਣਨਾ ਸਾਰਾ ਕੁਛ ਆ। ਗੈਮੀਟੋਫਿਟਿਕ ਥੈਲਸ ਨਹੀਂ ਬਣਨਾ ਹੈਗਾ। ਗੈਮੀਟਸ ਔਰ ਗੈਮੀਟੋਫਿਟਿਕ ਥੈਲਸ 'ਚ ਫ਼ਰਕ ਆ ਬੇਟਾ। ਗੈਮੀਟੋਫਿਟਿਕ ਥੈਲਸ ਮਤਲਬ ਪੂਰਾ ਗੈਮੀਟੋਫਿਟਿਕ ਪਲਾਂਟ, ਉਹ ਪਲਾਂਟ ਜਿਹਦੇ ਵਿੱਚ ਗੈਮੀਟਸ ਫਾਰਮ ਹੁੰਦੇ ਆ। ਇਸ ਕਰਕੇ ਡਾਇਰੈਕਟ ਇਹਦੇ ਵਿੱਚ ਗੈਮੀਟਸ ਬਣ ਜਾਣੇ ਆ,
थैलस नहीं बनना हैगा, पूरा प्लांट नहीं बनना हैगा। ओके, आ कुछ क्वेश्चनस है बुक दी, मैं थानू फोटोकॉपी देख लियो। मैं तो वैसे कदे नहीं देखे है, क्योंकि मैं बुक चो सारा उच्चों ही आते हैं, जो भी आते हैं। अकाइनीड्स ते थानू पुछ सकते 1 मार्क। सो दो पुछ लेना, जे नहीं समझ आया बहुत ही ध्यान नाल पढ़ूंगे। यही एक मैंबर टिपिकल है जिहदे विच पॉजिटिव नैगेटिव स्टेन्स वाला कंसैप्ट है। बाकी तो सारे क्लीयरली एंथ्रीडियम आर्केगोनियम बनना है, तो कन्फ्यूजन नहीं होंदी। इनू बार बार सुनना आ, बुक पेजेस पढ़ने आ, नहीं समझ आया तो एनी टाइम दोबारा पुछ सकते हैं। डरन की लोड़ नहीं, संगन की लोड़ भी नहीं हैगी। कीप रिवाइजिंग। गुड बाय बेटा।